ਨਿਹੰਗਾਂ ਸਿੰਘਾਂ ਨੂੰ ਉਹਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਅਸੀਂ ਤਾਂ ਕਹਿੰਦੇ ਨਿਹੰਗਾਂ ਸਿੰਘਾਂ ਨੇ ਉਹ ਕਾਹਲੀ ਕੀਤੀ, ਉਹਨੂੰ ਮਾਰਨਾ ਨਹੀਂ ਚਾਹੀਦਾ। ਤੇ ਕੋਈ ਸਾਰੀ ਪੁੱਛ-ਗਿੱਛ ਕਰਨੀ ਚਾਹੀਦੀ ਵੀ ਇਹ ਬੰਦਾ ਕਿੱਥੋਂ ਆਇਆ, ਕੌਣ, ਕਿਹਨੂੰ ਇਹਦੇ ਮਗਰ ਪਏ। ਉਹ ਕਾਹਲੀ ਕਰਕੇ ਉਹਨੂੰ ਪੁਲਿਸ ਦੇ ਹਵਾਲੇ ਕਰਨਾ ਸੀ। ਅਸੀਂ ਇਹਦੇ ਉਲਟਿਆਂ ਇਹ ਇੱਕ ਸੋਚੀ ਸਮਝੀ ਚਾਲ ਅਧੀਨ ਜਿਹੜੀ ਸੈਂਟਰ ਸਰਕਾਰ ਹੈ ਉਹ ਖਾਲਿਸਤਾਨ ਦੇ ਵੱਲ ਨੂੰ ਲੋਕਾਂ ਨੂੰ ਤੋਰ ਰਹੀ ਆ। 50 ਕਿਲੋਮੀਟਰ ਦੀ ਇਹ ਵੀ ਸਾਡੀ ਕੈਪਟਨ ਦੀ ਦੇਣ ਆ। ਇਹਨਾਂ ਦੇ ਖੂਨ ਦੇ ਵਿੱਚ ਹੀ ਗਦਾਰੀ ਆ ਇਹ ਪਰਿਵਾਰ ਦੇ ਵਿੱਚ। ਅਹਿਮਦ ਸ਼ਾਹ ਅਬਦਾਲੀ ਦੇ ਟਾਈਮ ਤੇ ਵੀ ਇਹਨਾਂ ਨੇ 1 ਲੱਖ ਰੁਪਈਆ ਦਾ ਜਿਹੜਾ ਬਜ਼ੁਰਗ ਸੀ ਉਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤਾ ਸੀ। ਇਹ ਮਹਾਰਾਜਾ ਜੀਤ ਸਿੰਘ ਨਾਲ ਗਦਾਰੀ ਕਰਕੇ ਇਹਨਾਂ ਰਾਜ ਤੋੜਿਆ। ਬਾਬਾ ਉਹ ਬੜਾ ਬੰਦਾ ਪਿੰਡ 'ਚ ਪੱਠੇ ਵੀ ਨਹੀਂ ਪਾਉਂਦਾ ਕਿਸੇ ਦੇ, ਉਹ ਦਿੱਲੀ ਪਹੁੰਚ ਕੇ ਤਰਾਂ ਗਿਆ। ਜੇ ਸਾਨੂੰ ਕੋਈ ਇਹ ਮੰਤਰੀ ਸ਼ੰਤਰੀ ਜਿਹੜੇ ਆ ਇਹ ਅਸੀਂ ਇਹਨਾਂ ਨੂੰ ਡਬਲ ਮੁਆਵਜ਼ਾ ਦੇ ਦਿੰਦੇ ਹਾਂ। ਮੁਆਵਜ਼ਿਆਂ ਦੇ ਨਾਲ ਜਿਹੜਾ ਇਨਸਾਨ ਚਲੇ ਗਏ ਉਹਨਾਂ ਦੀ ਘਰ ਦੀ ਪੂਰਤੀ ਹੋਣੀ, ਜਿਹਨਾਂ ਦਾ ਇੱਕੋ ਬੇਟਾ ਸੀ, ਕਿਉਂਕਿ ਉਹਨੂੰ ਮਾਰਿਆ ਗਿਆ, ਉਹਦੇ ਕੋਲ ਸਬੂਤ ਹੀ ਸਾਰੇ। ਉਹਨੂੰ ਇਹ ਮਿਸ਼ਰੇ ਦੇ ਮੁੰਡੇ ਨੇ ਆਪ ਗੋਲੀ ਮਾਰੀ ਹੈ। ਮੋਦੀ ਸਰਕਾਰ ਹੈ ਜਿਹੜੀ ਵੇਖੋ ਦੇਸ਼ ਵੇਚਣ ਤੇ ਤੁਰੀ ਹੋਈ ਆ। ਲਖੀਮਪੁਰ ਵਿੱਚ ਜਿਹੜਾ ਪਿਛਲੇ ਦਿਨੀ ਕਤਲੇਆਮ ਕੀਤਾ ਗਿਆ ਸੀ ਕਿਸਾਨਾਂ, ਜਿੱਥੇ 5 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਸੀ, ਲੇਕਿਨ ਹਾਲੇ ਤੱਕ ਸਰਕਾਰ ਵੱਲੋਂ ਕਿਸਾਨਾਂ ਨੂੰ ਨਿਆਂ ਨਹੀਂ ਦਿੱਤਾ ਗਿਆ, ਜਿਹਦੇ ਕਰਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ 18 ਤਰੀਕ ਨੂੰ ਰੇਲਾਂ ਰੋਕ ਕੇ 5 ਘੰਟੇ ਲਈ ਚੱਕੇ ਜਾਮ ਕੀਤੇ ਗਏ ਸਨ। ਅੱਜ ਇੱਥੇ ਤਰਨਤਾਰਨ ਦੇ ਰੇਲਵੇ ਸਟੇਸ਼ਨ ਉੱਪਰ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚ ਚੁੱਕੇ ਨੇ ਤੇ ਆਪਣਾ ਧਰਨਾ ਪ੍ਰਦਰਸ਼ਨ ਕਰਦੇ ਪਏ ਨੇ। ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਕਿਸਾਨ ਜਥੇਬੰਦੀਆਂ ਜਿਹੜੀਆਂ ਟ੍ਰੇਨਾਂ ਦੀਆਂ ਉੱਪਰ ਲਾਈਨਾਂ ਉੱਪਰ ਬੈਠੇ ਨੇ ਅਤੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਪਏ ਨੇ ਅਤੇ ਮੰਗ ਕਰਦੇ ਪਏ ਨੇ ਵੀ ਜਿਹੜੇ ਇਸ ਦੇ ਕਤਲੇਆਮ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ। ਸਾਡੇ ਨਾਲ ਇਸ ਵੇਲੇ ਮੌਜੂਦ ਕਿਸਾਨ ਆਗੂ ਨਾਲ ਗੱਲਬਾਤ ਕਰਾਂਗੇ ਵੀ ਕੀ ਉਹ ਮੰਗ ਚਾਹੁੰਦੇ ਨੇ, ਕਿਸ ਤਰ੍ਹਾਂ ਦੇਖਦੇ ਨੇ। ਸਰ, ਕਿਸ ਤਰ੍ਹਾਂ ਦੇਖਦੇ ਜਿਹੜੇ ਕਤਲੇਆਮ ਦੇ ਹਜੇ ਤੱਕ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਜੀ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਆ ਜਿਹੜੀ ਉਹ ਸਾਡਾ ਜਿਹੜਾ 1 ਸਾਲ ਤੋਂ ਉੱਪਰ ਹੋ ਗਿਆ ਸੰਘਰਸ਼ ਚੱਲਦੇ ਨੂੰ, 3 ਕਾਲੇ ਕਾਨੂੰਨ, 2020 ਬਿਜਲੀ ਸੋਧ ਬਿੱਲ ਤੇ MSP ਤੇ ਗਰੰਟੀ ਜਿਹੜੀ, ਉਹਦੇ ਤਹਿਤ ਸਾਡਾ ਜਿਹੜਾ ਸੰਘਰਸ਼ ਹੈ 1 ਸਾਲ ਤੋਂ ਸੰਯੁਕਤ ਮੋਰਚੇ ਦਾ ਦਿੱਲੀ ਦੇ ਵਿੱਚ ਚੱਲ ਰਿਹਾ। ਉਹਦੇ ਤਹਿਤ ਹੀ ਕਿਸਾਨ ਜਿਹੜੇ ਆ ਉਹ BJP ਦੇ ਵੱਖ-ਵੱਖ ਆਗੂ ਆ ਜਿਹੜੇ ਉਹਨਾਂ ਦਾ ਵਿਰੋਧ ਕਰਦੇ ਸੀ। ਉਹਦੇ ਤਹਿਤ ਸਾਡੇ ਯੂਪੀ ਦੇ ਵਿੱਚ ਕੋਈ ਇਹਨਾਂ ਦਾ ਗ੍ਰਹਿ ਰਾਜ ਮੰਤਰੀ ਹੈ ਜਿਹੜਾ, ਉਹਨਾਂ ਦਾ ਕੋਈ ਫੰਕਸ਼ਨ ਹੀ, ਇੱਕ ਡਿਪਟੀ ਮੁੱਖ ਮੰਤਰੀ ਯੂਪੀ ਦਾ, ਉਹਨੇ ਵੀ ਆਉਣਾ ਸੀ। ਸਾਡੇ ਕਿਸਾਨ ਉਹਦਾ ਸ਼ਾਂਤਮਈ ਵਿਰੋਧ ਕਰਕੇ ਕਾਲੀਆਂ ਝੰਡੀਆਂ ਦੇ ਨਾਲ ਸੜਕ ਦੇ ਕਿਨਾਰੇ ਦੇ ਉੱਤੇ ਆ ਰਹੇ ਸੀ। ਸਾਡੇ ਕਿਸਾਨਾਂ ਦੇ ਉੱਤੇ ਗ੍ਰਹਿ ਰਾਜ ਮੰਤਰੀ ਮਿਸ਼ਰੇ ਦੇ ਮੁੰਡੇ ਨੇ ਮਗਰੋਂ ਦੀ ਗੱਡੀਆਂ ਲਿਆ ਕੇ ਚਾੜ ਕੇ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚ ਤੁਹਾਡੇ ਭਾਈਚਾਰੇ ਦਾ ਇੱਕ ਪੱਤਰਕਾਰ ਵੀ ਸ਼ਹੀਦ ਹੋਇਆ। ਅਸੀਂ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਸਮੁੱਚੀ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਮੋਰਚਾ, ਭਰਾਤਰੀ ਜਥੇਬੰਦੀਆਂ, ਮੁਲਾਜ਼ਮ, ਮਜ਼ਦੂਰ, ਕਿਸਾਨ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਜਥੇਬੰਦੀਆਂ ਸਾਰੀਆਂ ਅੱਜ ਭਾਰਤ ਬੰਦ ਰੇਲ ਰੋਕੋ ਅੰਦੋਲਨ ਹੈ ਜਿਹੜਾ ਸਵੇਰੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਸ਼ਾਂਤਮਈ ਅਸੀਂ ਆਪਣਾ ਪ੍ਰਦਰਸ਼ਨ ਕਰ ਰਹੇ ਹਾਂ। ਸਾਡੀ ਇੱਕੋ ਹੀ ਮੰਗ ਆ ਕਿ ਮਿਸ਼ਰਾ ਜਿਹੜਾ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇ, ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਦੇ ਨਾਲ ਮੁੰਡੇ ਨੂੰ ਤੇ ਉਹਦੇ ਜਿਹੜੇ ਸਾਥੀ ਸੀ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਫਾਂਸੀ ਦੇ ਤਖਤੇ ਤੱਕ ਜਿਹੜੀ ਆ ਉਹ ਸਾਡੀ ਭਾਰਤ ਦੀ ਨਿਆਂਪਾਲਿਕਾ ਜਿਹੜੀ ਆ ਉਹਨੂੰ ਆਪਣਾ ਜ਼ੁਲਮ ਦੇ ਤਹਿਤ ਸਜ਼ਾ ਦੇਵੇ। ਜਿਹੜਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਗਿਆ ਵਾ ਪੀੜਤਾਂ ਨੂੰ, ਜਿਹਨਾਂ ਦੇ ਘਰੋਂ ਚਿਰਾਗ ਗਏ ਨੇ ਜਾਂ ਪਰਿਵਾਰ ਦੇ ਕਈ ਨੇ, ਤੁਸੀਂ ਉਹਨੂੰ ਕਿਸ ਤਰ੍ਹਾਂ ਦੇ ਜਿਹੜਾ ਮੁਆਵਜ਼ਾ ਜਾਂ ਨੌਕਰੀ ਉਹ ਸਹੀ ਹੈ ਕਿਸ ਤਰ੍ਹਾਂ? ਉਹ ਵੇਖੋ ਜੀ, ਮੁਆਵਜ਼ਾ ਜਿਹੜਾ ਵਾ ਉਹਦੇ ਨਾਲ ਸਾਡੀਆਂ ਜਥੇਬੰਦੀਆਂ, ਵੇਖੋ ਇਹੋ ਜਿਹੀ ਗੱਲ ਮੈਂ ਕਰਨਾ ਨਹੀਂ ਚਾਹੁੰਦਾ, ਕੰਟਰੋਵਰਸੀ ਵਾਲੀ ਆ। ਜੇ ਸਾਨੂੰ ਕੋਈ ਇਹ ਮੰਤਰੀ ਸ਼ੰਤਰੀ ਜਿਹੜੇ ਆ ਇਹ ਅਸੀਂ ਇਹਨਾਂ ਨੂੰ ਡਬਲ ਮੁਆਵਜ਼ਾ ਦੇ ਦਿੰਦੇ ਹਾਂ। ਆ ਜਿਹੜਾ ਇਹ ਮੁਆਵਜ਼ਿਆਂ ਦੇ ਨਾਲ ਜਿਹੜਾ ਇਨਸਾਨ ਚਲੇ ਗਏ ਉਹਨਾਂ ਦੀ ਘਰ ਦੀ ਪੂਰਤੀ ਹੋਣੀ, ਜਿਹਨਾਂ ਦਾ ਇੱਕੋ ਬੇਟਾ ਸੀ, 4 ਭੈਣਾਂ ਉਹਦੀਆਂ, 3 ਭੈਣਾਂ ਕਿਸੇ ਦੀਆਂ, ਉਹ ਇਕੱਲਾ ਬੱਚੇ ਸੀ ਜਿਹੜੇ ਸੰਘਰਸ਼ ਦੇ ਵਿੱਚ ਸ਼ਾਂਤਮਈ, ਉਹ ਜਿਹੜਾ ਤੁਹਾਡੇ ਮੀਡੀਆ ਦੀਆਂ 52 ਵੀਡੀਓ ਜਿਹੜੀਆਂ ਉਹ ਸਾਹਮਣੇ ਆ ਗਈਆਂ, ਦੋਸ਼ੀ ਸਾਬਤ ਹੋ ਗਏ ਆ। ਉੱਥੇ ਉਹਨੇ ਪੁਲਿਸ ਨੂੰ ਜਿਹੜਾ ਬੰਦਾ ਉਸ ਮੌਕੇ ਦਾ ਗਵਾਹ ਸੀ, ਉਹ ਤੁਹਾਡੇ ਮੀਡੀਆ ਦੀ ਵੀਡੀਓ ਆ ਗਈ ਆ ਕਿ ਉਹਨੂੰ ਕਿਸਾਨਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰਤਾ। ਉਹਨੂੰ ਬਾਅਦ 'ਚ ਦੱਸੋ ਕਿੰਨੇ ਮਾਰਿਆ?
ਜਿਹੜਾ ਪੁਲਿਸ ਦੇ ਨਾਲ 16-17 ਬੰਦੇ ਪੁਲਿਸ ਦੇ ਨਾਲ ਉਹ ਤੁਰਿਆ ਆਉਂਦਾ ਵੀਡੀਓ ਬਣੀ ਆ, ਉਹਨੂੰ ਬਾਅਦ 'ਚ ਕਿਹਨੇ ਮਾਰਿਆ ਵਾ? ਕਿਉਂਕਿ ਉਹਨੂੰ ਮਾਰਿਆ ਗਿਆ, ਉਹਦੇ ਕੋਲ ਸਬੂਤ ਹੀ ਸਾਰੇ। ਉਹਨੂੰ ਇਹ ਮਿਸ਼ਰੇ ਦੇ ਮੁੰਡੇ ਨੇ ਆਪ ਗੋਲੀ ਮਾਰੀ ਆ, ਜਿਹੜਾ ਆਪ ਦਾ BJP ਦਾ ਇਹਨੇ ਵਰਕਰ ਮਾਰਿਆ। ਸੋ ਮੋਦੀ ਸਰਕਾਰ ਹੈ ਜਿਹੜੀ ਵੇਖੋ ਦੇਸ਼ ਵੇਚਣ ਤੇ ਤੁਰੀ ਹੋਈ ਆ, ਗਰੀਬਾਂ ਦਾ ਕਚੂੰਬਰ ਕੱਢੀ ਜਾਣ ਡਈ ਆ। ਮਹਿੰਗਾਈ ਆ ਜਿਹੜੀ ਉਹ ਵੇਖੋ ਕਿੱਥੋਂ, ਰੇਲਵੇ ਵੇਚਤੀ, 에ਅਰਲਾਈਨ ਵੇਚਤੀ, ਸਾਰਾ ਕੋਈ ਜਿਹੜਾ ਅਦਾਰਾ ਮੈਨੂੰ ਇੱਕ ਵੀ ਦੱਸੋ ਜਿਹੜਾ ਵਾ ਸਰਕਾਰ ਨੇ ਦੱਸ ਛੱਡਿਆ ਵਾ। 12 ਕਰੋੜ ਨੌਕਰੀਆਂ ਜਿਹੜੀਆਂ 2024 ਦੇ ਵਿੱਚ ਖਤਮ ਹੋ ਰਹੀਆਂ ਵਾ। ਜਿਹੜਾ ਘਰ ਘਰ ਇਹ ਰੁਜ਼ਗਾਰ ਆਂਦੇ ਹੀ ਦੇਵਾਂਗੇ, ਹਰ ਇੱਕ ਨੂੰ ਨੌਕਰੀ ਦੇਵਾਂਗੇ, ਨੌਕਰੀ ਨਹੀਂ ਦੇਵਾਂਗੇ ਤੇ ਉਸ ਨੂੰ ਰੁਜ਼ਗਾਰ ਭੱਤਾ ਦੇਵਾਂਗੇ, ਉਹ ਕਿੱਥੋਂ ਦੇਣਗੇ? ਜਿਹੜੀ ਕਾਰਪੋਰੇਟ ਆ ਉਹ ਵੇਖੋ ਕੋਲੂ ਜਿਹੜੇ ਆ, ਇਹਨਾਂ ਨੇ ਇੱਕ ਬਿੱਲ ਲਿਆ ਕੇ ਬੰਦ ਕਰਤਾ ਵੀ ਕੱਚੀ ਕਹਾਣੀ ਦਾ ਤੇਲ ਆ ਜਿਹੜਾ ਉਹ ਨਹੀਂ ਵੇਚ ਸਕਦੇ ਜਿੰਨਾ ਚਿਰ ਰਿਫਾਈਨਡ ਨਹੀਂ ਹੈਗਾ। ਜਿਹੜੀਆਂ ਆਟਾ ਵਾ ਬਾਜ਼ਾਰ ਦੇ ਵਿੱਚ, ਉਹ ਵੀ ਇਹ ਬਿੱਲ ਜਿਹੜੇ 2-4 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਕਰ ਰਹੇ ਆ ਕਿ ਉਹ ਆਟੇ ਦੇ ਵਿੱਚ ਕੈਲਸ਼ੀਅਮ ਤੇ 4 ਵਿਟਾਮਿਨ ਜਿੰਨਾ ਚਿਰ ਮਿਕਸ ਨਹੀਂ ਹੁੰਦੇ ਉਹਨਾਂ ਚਿਰ ਕੋਈ ਬਾਜ਼ਾਰ 'ਚ ਆਟਾ ਨਹੀਂ ਵੇਚ ਸਕਦਾ। ਜੇ ਵੇਚੂਗਾ ਤੇ ਉਹ ਜ਼ੁਲਮ ਦਾ, ਉਹ ਕਾਨੂੰਨੀ ਤੌਰ 'ਤੇ ਉਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸੋ ਅਸੀਂ ਮੋਦੀ ਸਰਕਾਰ ਨੂੰ ਇਹ ਚੇਤਾਵਨੀ ਦੇਣੇ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਸੰਘਰਸ਼ ਹੈ ਜਿਹੜੇ ਦੱਬੇ ਨਹੀਂ ਜਾਣੇ। ਇਹ ਹਿੰਦੁਸਤਾਨ ਆ, ਇਹਨਾਂ ਪੰਜਾਬੀਆਂ ਨੇ ਹੀ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਵਾ, ਪਰ ਇਹਨਾਂ ਨੂੰ ਉਹ ਆਜ਼ਾਦੀ ਦੇ 75 ਸਾਲ ਬੀਤਣ 'ਤੇ ਵੀ ਅੱਜ ਵੀ ਸੰਘਰਸ਼ ਕਰ ਰਹੇ ਨੇ, ਜਿਨ੍ਹਾਂ ਨੇ ਆਪ ਦਾ ਅੱਧਾ ਪੰਜਾਬ ਜਿਹੜਾ ਗਵਾ ਲਿਆ। ਤੇ ਸੈਂਟਰ ਸਰਕਾਰ ਹੈ ਜਿਹੜੀ, ਜਿਨ੍ਹਾਂ ਨੇ ਕੋਈ ਵੀ ਯੋਗਦਾਨ ਇਸ ਆਜ਼ਾਦੀ ਦੇ ਵਿੱਚ ਨਹੀਂ ਪਾਇਆ। RSS ਨੇ ਉਹਨਾਂ ਦੇ ਤਹਿਤ ਜੋ ਲੋਕਾਂ ਦੇ ਉੱਤੇ ਜ਼ੁਲਮ, ਮਹਿੰਗਾਈ, ਤੇਲ ਦੀਆਂ ਕੀਮਤਾਂ ਵੇਖੋ ਕਿੱਧਰ ਨੂੰ ਜਾ ਰਹੀਆਂ ਵਾ। ਆਮ ਆਦਮੀ ਜਿਹੜਾ ਉਹਦੀ ਰੋਜ਼ਮर्रा ਦੀ ਰੋਟੀ ਜਿਹੜੀ ਉਹ ਖਾਣੀ ਬਹੁਤ ਔਖੀ ਹੋਈ ਆ। ਸੋ ਅਸੀਂ ਮੋਦੀ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਤੂੰ ਇਹ 3 ਕਾਲੇ ਕਾਨੂੰਨ, MSP ਤੇ 2020 ਸੋਧ ਬਿਜਲੀ ਬਿੱਲ ਆ ਜਿਹੜੇ ਅਜੇ ਇਹੋ ਹੀ ਮੁੱਦੇ ਨੇ, ਇਹ ਨਾ ਹੋਵੇ ਕਿ ਤੂੰ ਇਹ ਮੁੱਦੇ ਬਹੁਤ ਜ਼ਿਆਦਾ ਹੋ ਜਾਣ, ਮੁੜ ਕੇ ਤੂੰ ਉਹਨਾਂ ਦੇ ਭਾਰ ਥੱਲੇ ਹੀ ਆਣ ਕੇ ਦੱਬ ਜਾਵੇਂ ਤੇ ਮੁੜ ਕੇ ਤੇਰੇ ਤੋਂ ਉੱਠਿਆ ਨਾ ਜਾਵੇ। ਇਹ ਪਤਨ ਹੋ ਜਾਊਗਾ BJP ਦਾ ਜੇ ਇਹਨਾਂ ਨੇ ਇਹ ਕੋਈ ਮਹੀਨੇ ਖੰਡ ਦੇ ਵਿੱਚ ਇਹਦਾ ਕੋਈ ਨਿਆਂ ਨਾ ਦਿੱਤਾ। ਤੇ ਸਾਡੇ ਨਾਲ ਹੋਰ ਵੀ ਕਿਸਾਨ ਆਗੂ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਥੋੜ੍ਹੀ ਜਗ੍ਹਾ ਦੇ ਦਿਓ। ਸਰ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਵੀ ਕੇਂਦਰ ਸਰਕਾਰ ਵੱਲੋਂ ਇਹ ਆਰਡੀਨੈਂਸ ਜਾਰੀ ਕੀਤਾ ਗਿਆ ਵਾ ਵੀ ਜਿਹੜੇ ਸਰੋਂ ਦੇ ਤੇਲ ਇਹ ਵੀ ਤੁਸੀਂ ਖੁੱਲ੍ਹੇ ਆਮ ਨਹੀਂ ਵੇਚ ਸਕਦੇ, ਕੀ ਲੱਗਦਾ ਵਾ ਵੀ ਆਉਣ ਵਾਲੇ ਦਿਨਾਂ ਜਿਹੜਾ ਜਿੱਦਾਂ ਆਪਾਂ ਗੰਨਾ ਵਾ, ਜਿਹੜੀ ਗੰਨੇ ਦੀ ਬਿਜਾਈ ਕਰਦੇ ਹਾਂ, ਇਹ 'ਤੇ ਵੀ ਕੋਈ ਰੋਕ ਲੱਗ ਸਕਦੀ ਹੈ, ਇਹ 'ਤੇ ਵੀ ਕੋਈ ਬਿੱਲ ਪਾਸ ਹੋ ਸਕਦਾ? ਬਿਲਕੁਲ ਜੀ, ਜਿਹੜੀ ਸਰਕਾਰ ਦੀ ਇਹ ਪਾਲਿਸੀ ਆ, ਜਿਹੜੇ ਬਿੱਲਾਂ ਦੇ ਤਹਿਤ ਜਿਹੜੇ ਕਾਨੂੰਨ ਲੈ ਕੇ ਜਿਹੜੇ ਆ ਰਹੇ ਆ, ਇਹਦੇ ਉੱਤੇ ਆਮ ਪਬਲਿਕ ਦੇ ਉੱਤੇ ਭਾਰ ਪਾਉਣ ਵਾਸਤੇ ਇਹੋ ਜਿਹੇ ਜਿਹੜੇ ਬੀਜ ਲੈ ਕੇ ਆਉਣਗੇ ਜਿਹੜੇ ਕਿ ਕਿਸਾਨ ਆਪਣੇ ਤੌਰ 'ਤੇ ਜੇ ਗੰਨਾ ਬੀਜਣਾ, ਕਿਸਾਨ ਆਪਣੇ ਤੌਰ 'ਤੇ ਆਪਣਾ ਬੀਜ ਨਹੀਂ ਬੀਜ ਸਕੂਗਾ। ਉਹ ਹਾਈਬ੍ਰਿਡ ਇਹੋ ਜਿਹੇ ਬੀਜ ਲੈ ਕੇ ਆਉਣਗੇ ਕਿ ਜਿਹੜੇ ਕਿ ਕਿਸਾਨ ਮਜਬੂਰ ਹੋਣਗੇ ਕਿ ਉਹਨਾਂ ਕੋਲ ਹਾਈਬ੍ਰਿਡ ਬੀਜ ਲੈ ਕੇ ਹੀ ਬੀਜ ਸਕਣਗੇ। ਕਿਸਾਨ ਆਪਣਾ ਬੀਜ ਪਹਿਲੋਂ ਨਹੀਂ ਤਿਆਰ ਕਰ ਸਕੂਗਾ। ਪਹਿਲੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਆਂ, ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਬੜੀਆਂ ਖੋਜਾਂ ਹੁੰਦੀਆਂ ਸੀ, ਯੂਨੀਵਰਸਿਟੀਆਂ ਦੇ ਵਿੱਚ ਖੋਜਾਂ ਹੁੰਦੀਆਂ ਸੀ ਨਵੇਂ ਬੀਜਾਂ ਦੀ। ਉਹ ਬੀਜਾਂ ਦੀਆਂ ਖੋਜਾਂ ਬਿਲਕੁਲ ਜਿਹੜੀਆਂ ਬੰਦ ਕੀਤੀਆਂ ਗਈਆਂ, ਜਿਹੜੇ ਕਿ ਸਾਡੀ ਜਿਹੜੀ ਸਰਕਾਰ ਦੀ ਨੀਤੀ ਕਰਕੇ ਇਹ ਜਿਹੜੇ ਨਵੇਂ ਜਿਹੜੇ ਬੀਜ ਉਹਨਾਂ ਦੀਆਂ ਖੋਜਾਂ ਨੂੰ ਬੰਦ ਕਰਕੇ ਜਿਹੜੇ ਵਿਦੇਸ਼ੀ ਜਿਹੜੀਆਂ ਖੋਜਾਂ ਉਹਨਾਂ ਦੇ ਬੀਜ ਜਿਹੜੇ ਹਾਈਬ੍ਰਿਡ ਬੀਜ ਜਿਹੜੇ ਆ ਰਹੇ ਆ। ਜੇ ਕਣਕ ਦਾ ਕਿਸਾਨ ਨੇ ਰੱਖਣਾ ਹੋਵੇ ਬੀਜ, ਉਹ ਆਪਣੀ ਕਣਕ ਨਹੀਂ ਬੀਜ ਸਕਦਾ ਕਿਉਂਕਿ ਉਹ ਜਿਹੜੀ ਕਣਕ ਉਗਣੀ ਨਹੀਂ ਆ ਜਿੰਨਾ ਚਿਰ ਤੱਕ ਉਹ ਕਾਰਪੋਰੇਟ ਘਰਾਣਿਆਂ ਵੱਲੋਂ ਜਿਹੜੇ ਇਹ ਬੀਜ ਜਿਹੜੇ ਲੈ ਕੇ ਉਹ ਪੈਲੀਆਂ ਦੇ ਵਿੱਚ ਨਹੀਂ ਪਾਏ ਜਾਂਦੇ। ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਿਆਨ ਜਾਰੀ ਕੀਤਾ ਵੀ ਜਿਹੜੀ ਕੋਈ ਵੀ ਜਿਹੜੀ ਜਿਨਸ ਆ ਜਿਹੜੀ ਪੰਜਾਬ 'ਚੋਂ ਬਾਹਰੋਂ ਨਹੀਂ ਆ ਸਕੀ, SSP ਸਰ ਨੂੰ ਹਦਾਇਤ ਜਾਰੀ ਕੀਤੀਆਂ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਜੀ ਇਹ ਮੰਡੀ ਸਿਸਟਮ ਦਾ ਹੀ ਇੱਕ ਹੈਗਾ ਆ ਕਿ ਅਸੀਂ ਤਾਂ ਇਹੋ ਗੱਲ ਕਰ ਰਹੇ ਹਾਂ ਕਿ ਪੂਰੇ ਹਿੰਦੁਸਤਾਨ ਦੇ ਅੰਦਰ MSP ਜਿਹੜੀ ਲਾਗੂ ਕੀਤੀ ਜਾਵੇ, ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਲਾਗੂ ਕੀਤਾ ਜਾਵੇ। ਲੋਕਾਂ ਨੂੰ, ਕਿਸਾਨਾਂ ਨੂੰ ਜਿਹੜਾ ਕਿ UP ਵਾਲਿਆਂ ਨੂੰ ਸਾਡੇ ਪੰਜਾਬ ਦੇ ਵਿੱਚ ਨਾ ਚੀਜ਼ ਲੈ ਕੇ ਆਉਣਾ ਪਵੇ। ਵੱਖ-ਵੱਖ ਜਿਹੜੇ ਸੂਬਿਆਂ ਦੇ ਵਿੱਚੋਂ ਜਿਹੜੇ ਲੈ ਕੇ ਨਾ ਆਉਣ, ਹਰ ਸੂਬੇ ਦੀ ਗਰੰਟੀ ਸਰਕਾਰ ਦੀ ਚਾਹੀਦੀ ਆ ਕਿ MSP ਉਹਦੇ ਜਿਹੜੀਆਂ ਫਸਲਾਂ ਬੀਜਣੀਆਂ। ਇੱਕ ਨੰਬਰ 'ਤੇ ਸਰਕਾਰ ਉਹਦੀ ਪਹਿਲਾਂ ਕਿਸਾਨ ਨੂੰ ਦੱਸਿਆ ਜਾਵੇ ਕਿ ਤੁਸੀਂ ਕਿਹੜੀਆਂ ਫਸਲਾਂ ਬੀਜਣੀਆਂ। ਜਿਹੜੇ ਕਿਸਾਨ ਫਸਲਾਂ ਬੀਜਦੇ ਆ ਉਹਦੇ ਉੱਤੇ MSP ਦੀ ਗਰੰਟੀ ਸਰਕਾਰ ਕਰੇ, ਉਹਨਾਂ ਦਾ ਸਮਰਥਨ ਮੁੱਲ ਤੈਅ ਕਰੇ, ਉਹਨਾਂ ਦੀ ਚੁੱਕਣ ਦੀ ਜਿਹੜੀ ਗਰੰਟੀ ਕਰੇ, ਤਦ ਹੀ ਜਿਹੜੀ ਕਿਸਾਨੀ ਕਿੱਤਾ ਜਿਹੜਾ ਬਚਾਇਆ ਜਾ ਸਕਦਾ ਹੈ। ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਸਰਕਾਰ ਵੱਲੋਂ ਇਹ ਜਾਰੀ ਕੀਤਾ ਗਿਆ ਵੀ ਜਿਹੜੀ ਫੌਜ, ਜਿਹੜੀ ਭਾਰਤੀ ਫੌਜ ਜਿਹੜੀ ਹੈਗੀ ਉਹ 50 ਕਿਲੋਮੀਟਰ ਦੇ ਬਾਰਡਰ ਦੇ ਅੰਦਰ ਵੜ ਸਕਦੀ ਆ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਸਾਰੀਆਂ ਸਰਕਾਰ ਦੀਆਂ ਗੰਦੀਆਂ ਪਾਲਿਸੀਆਂ ਇਹ ਚਾਹੁੰਦੀ ਆ ਕਿ ਕਿਸੇ ਤਰ੍ਹਾਂ ਸੰਘਰਸ਼ ਨੂੰ ਦਬਾਇਆ ਜਾ ਸਕੇ।
ਜਿਹੜੇ ਸੰਘਰਸ਼ੀ ਯੋਧੇ ਲੜ ਰਹੇ ਆ ਉਹਨਾਂ ਵਾਸਤੇ ਉਹਨਾਂ ਦੇ ਉੱਤੇ ਝੂਠੇ ਕੇਸ ਮੁਕੱਦਮੇ ਪਾਏ ਜਾਣ, ਜਿਹੜੀ ਸੈਂਟਰ ਦੇ ਹੱਥ ਦੇ ਵਿੱਚ ਜਾ ਕੇ ਸੈਂਟਰ 'ਚ ਜਾ ਕੇ ਉਹ ਕੇਸ ਚੱਲੇ ਤੇ ਸੈਂਟਰ ਦੇ ਵਿੱਚ ਹੀ ਇਸ ਲੋਕ ਡਰਨ ਪੰਜਾਬ ਦੇ, ਕਿਉਂਕਿ ਜਿਹੜੀ ਵੀ ਲਹਿਰ ਉੱਠੀ ਆ ਪੰਜਾਬ ਤੋਂ ਉੱਠੀ ਆ ਤੇ ਬਾਕੀ ਹਿੰਦੁਸਤਾਨ ਦੇ ਵਿੱਚ ਹੁਣ ਉਹ ਲਹਿਰ ਦਾ ਬਹੁਤ ਜ਼ਿਆਦਾ ਜ਼ੋਰ ਫੜ ਲਿਆ। ਇਸ ਕਰਕੇ ਸਰਕਾਰਾਂ ਡਰਦੀਆਂ। ਇਹ ਮੋਦੀ ਸਰਕਾਰ ਇਹ ਚਾਹੁੰਦੀ ਆ ਕਿ ਪੰਜਾਬ ਨੂੰ ਦਬਾ ਲਿਆ ਜਾਵੇ ਤੇ ਸਾਰਾ ਹਿੰਦੁਸਤਾਨ ਦਬਾ ਲਿਆ ਜਾਊਗਾ। ਜਿਹੜਾ ਕਿਸਾਨ ਆਗੂ ਗੁਰਨਾਮ ਸਿੰਘ ਚਨੂਨੀ ਬਿਆਨ ਦੇ ਰਹੇ ਨੇ ਵੀ ਸਾਨੂੰ ਵੀ ਚਾਹੀਦਾ ਸਰਕਾਰ ਜਿਹੜੇ ਕਿਸਾਨਾਂ ਨੂੰ ਜਿਹੜੀ ਜਥੇਬੰਦੀਆਂ ਚਾਹੀਦਾ ਵਾ ਵੀ ਇਸ ਰਾਜਨੀਤੀ ਵਿੱਚ ਆ ਕੇ ਅੰਟਰ ਕੀਤਾ ਜਾਵੇ, ਇਲੈਕਸ਼ਨ ਲੜੀ ਜਾਵੇ ਤਾਂ ਜੋ ਆਪਣਾ ਜਿਹੜੇ ਸਾਡੇ ਹੱਕ ਸਾਨੂੰ ਉਹਦੇ ਪਤਾ ਲੱਗੇ ਤਾਂ ਹੀ ਲੋਕਾਂ ਨੂੰ ਜਾਗਰੂਕ ਕਰ ਸਕਾਂ। ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਸੰਯੁਕਤ ਮੋਰਚੇ ਵੱਲੋਂ ਜੋ ਵੀ ਸਾਨੂੰ ਕਾਲ ਆਉਂਦੀ ਹੈ ਨਾ ਉਸ ਦੇ ਤਹਿਤ ਸਾਰੇ ਹਿੰਦੁਸਤਾਨ ਨੂੰ ਇਹ ਚੀਜ਼ ਮੰਨਣੀ ਚਾਹੀਦੀ ਹੈ, ਕਿਉਂਕਿ ਉੱਥੇ ਸਾਰੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਇਹ ਜਿੰਨਾ ਚਿਰ ਸਾਡੇ ਆ ਜਿਹੜਾ ਕਿਸਾਨੀ ਮੁੱਦਾ ਵਾ ਇਹ ਹੱਲ ਨਹੀਂ ਹੁੰਦਾ ਉਹਨਾਂ ਚਿਰ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੀ ਕੋਈ ਵੀ ਚੀਜ਼ ਨਾ ਕੀਤੀ ਜਾਵੇ ਜਿਹੜੀ ਸਾਡੇ ਆਉਣ ਵਾਲੇ ਸੰਘਰਸ਼ ਦੇ ਉੱਤੇ ਉਹਨੂੰ ਕਮਜ਼ੋਰ ਕਰੇ ਸੰਘਰਸ਼ ਨੂੰ। ਅਸੀਂ ਇਹ ਚੀਜ਼ ਚਾਹੁੰਦੇ ਹਾਂ ਕਿ ਇਹ ਲੜਾਈ ਜਿਹੜੀ ਆ ਜਿੰਨਾ ਚਿਰ ਸਾਡੀ ਜਿੱਤੀ ਨਹੀਂ ਜਾਂਦੀ ਦੂਜਾ ਕਦਮ ਅਸੀਂ ਉਹਨਾਂ ਚਿਰ ਨਾ ਚੁੱਕੀਏ। ਹੋਰ ਜਥੇਬੰਦੀ ਆਗੂ ਮੌਜੂਦ ਨੇ, ਗੱਲ ਕਰਾਂਗੇ। ਸਰ, ਜਿਹੜਾ ਸਿੱਧੂ ਬਾਰਡਰ ਉੱਪਰ ਜਿਹੜਾ ਕਤਲੇਆਮ ਹੋਇਆ ਜਾਂ ਇੱਕ ਮਰਡਰ ਹੋਇਆ ਵਾ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਉਹ ਵੇਖੋ ਜੀ, ਜੇ ਉਹ ਜੋ ਹੋਇਆ ਬਹੁਤ ਮਾੜਾ ਆ ਵਾ। ਇਹ ਜਿਹੜੀ ਆ ਸਰਕਾਰ ਆ ਇਹਦੇ ਬੜੇ ਲੰਮੇ ਹੱਥ ਆ। ਇਹ ਇੱਕ ਜਾਣ-ਬੁੱਝ ਕੇ ਜਿਹੜਾ ਬੰਦਾ, ਵੇਖੋ ਜੀ ਅਸੀਂ ਇੱਥੇ ਆਉਣ ਡਏ ਆ ਜਾਂ ਦਿੱਲੀ ਜਾਣ ਡਏ ਆ, ਬੜੇ ਆਪ ਹੀ ਆਪਣੇ ਬੰਦੇ ਲਈ ਕਹਿੰਦੇ ਆਪਣੇ ਬਾਪ, ਉਹ ਬੜਾ ਬੰਦਾ ਪਿੰਡ 'ਚ ਪੱਠੇ ਵੀ ਨਹੀਂ ਪਾਉਂਦਾ ਕਿਸੇ ਦੇ, ਉਹ ਦਿੱਲੀ ਪਹੁੰਚ ਕੇ ਤਰ੍ਹਾਂ ਗਿਆ। ਇਹ ਸਿਰਫ ਲਖੀਮਪੁਰ ਜਿਹੜੀ ਘਟਨਾ ਹੋਈ ਆ ਉਹਨੂੰ ਪਾਸੇ ਕਰਨ ਵਾਸਤੇ ਜਿੰਨੇ ਚੈਨਲ ਸਾਰੇ ਪਹਿਲਾਂ ਲਖਵੀਰਪੁਰ ਘਟਨਾ ਦੇ ਬੋਲਦੇ ਸੀ, ਹੁਣ ਉਹ ਸਾਰਾ ਇੱਕ ਪਾਸੇ ਹੋ ਗਿਆ। ਹੁਣ ਸਿਰਫ ਇਹ ਨਿਹੰਗਾਂ ਦਾ ਵਿਖਾਈ ਜਾਣ ਡਿਆ। ਇਹ ਸਿਰਫ ਮੋਰਚੇ ਨੂੰ ਬਦਨਾਮ ਕਰਨ ਵਾਲੇ ਸਰਕਾਰ ਦੀ ਇੱਕ ਕੋਝੀ ਚਾਲ ਆ। ਇਹ ਮੈਂ ਤਾਂ ਇਹੋ ਸਮਝਦਾ ਵੀ ਇਹ ਸਰਕਾਰ ਨੇ ਜਾਣਬੁੱਝ ਕੇ ਸਭ ਕੁਝ ਕਰਵਾਇਆ ਵਾ। ਬੰਦਾ ਇੱਥੋਂ ਤਰਨਤਾਰਨ ਤੋਂ ਦਿੱਲੀ ਕਿਸ ਤਰ੍ਹਾਂ ਪਹੁੰਚ ਗਿਆ, ਫਿਰ ਉਹ ਜੋ ਕੁਝ ਹੋਇਆ ਉਹ ਨਿਹੰਗਾਂ ਸਿੰਘਾਂ ਨੂੰ ਉਹਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਅਸੀਂ ਤਾਂ ਕਹਿੰਦੇ ਨਿਹੰਗਾਂ ਸਿੰਘਾਂ ਨੇ ਉਹ ਕਾਹਲੀ ਕੀਤੀ, ਉਹਨੂੰ ਮਾਰਨਾ ਨਹੀਂ ਚਾਹੀਦਾ। ਤੇ ਕੋਈ ਸਾਰੀ ਪੁੱਛਗਿੱਛ ਕਰਨੀ ਚਾਹੀਦੀ ਵੀ ਇਹ ਬੰਦਾ ਕਿੱਥੋਂ ਆਇਆ, ਕਿਹਨੂੰ ਇਹਦੇ ਮਗਰ ਪਏ, ਉਹ ਕਾਹਲੀ ਕਰਕੇ ਉਹਨੂੰ ਪੁਲਿਸ ਦੇ ਹਵਾਲੇ ਕਰਨਾ ਸੀ। ਅਸੀਂ ਇਹਦੇ ਉਲਟਿਆਂ ਵੀ ਇਹਨੂੰ ਮਾਰਨਾ ਨਹੀਂ ਚਾਹੀਦਾ, ਪਰ ਜੋ ਉਹਨਾਂ ਕੀਤਾ। ਇਹ ਵੇਖੋ ਜੀ, ਜਦੋਂ ਵੀ ਕੋਈ ਦੇਸ਼ ਦੇ ਵਿੱਚ ਜਦੋਂ ਕਿਸੇ ਨੂੰ ਇਨਸਾਫ ਨਹੀਂ ਮਿਲਦਾ, 15 ਸਾਲ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਘਟਨਾ, ਕੇਸਗੜ੍ਹ ਸਾਹਿਬ ਸਾਡਾ ਸਿੱਖ ਕੌਮ ਦਾ ਧਾਰਮਿਕ ਬਹੁਤ ਵੱਡਾ ਰੁਤਬੇ ਵਾਲਾ ਜਿੱਥੇ ਸਿੱਖ ਕੌਮ ਸੱਜ ਗਈ, ਉੱਥੇ ਬੀੜੀ ਸੁੱਟੀ ਗਈ। ਇਹ ਇੱਕ ਸੋਚੀ ਸਮਝੀ ਚਾਲ ਦੀਨ ਜਿਹੜੀ ਸੈਂਟਰ ਸਰਕਾਰ ਹੈ ਉਹ ਖਾਲਿਸਤਾਨ ਦੇ ਵੱਲ ਨੂੰ ਲੋਕਾਂ ਨੂੰ ਤੋਰ ਰਹੀ ਆ ਵੀ ਇਹ ਭੜਕ ਕੇ ਉਹ ਪਾਸੇ ਨੂੰ ਤੁਰਨ ਤੇ ਜਿਹੜਾ ਮੋਰਚੇ ਨੂੰ ਨੱਪਿਆ ਜਾ ਸਕੇ। ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਉੱਥੇ ਦਿੱਲੀ ਇਹ ਸਭ ਕੁਝ ਹੋਇਆ ਵਾ, ਪਰ ਉਹਦੀ ਪੁੱਛਗਿੱਛ ਹੋਣੀ ਚਾਹੀਦੀ। ਉਹ ਕਾਹਲੀ ਨਹੀਂ ਕਰਨੀ ਚਾਹੀਦੀ, ਨਿਹੰਗਾਂ ਨੂੰ ਮਾਰਨਾ ਨਹੀਂ ਚਾਹੀਦਾ ਵੀ ਇਹ ਗਲਤ ਹੋਇਆ ਵਾ। ਪਰ ਇਹ ਵੀ ਜਦੋਂ ਕਿਸੇ ਨੂੰ ਇਨਸਾਫ ਨਹੀਂ ਮਿਲਦਾ, ਜਦੋਂ ਕਿਸੇ ਨੂੰ ਇਨਸਾਫ ਨਾਲ ਫਿਰ ਜਿਹੜੀ ਪਬਲਿਕ ਆ ਉਹ ਕਾਨੂੰਨ ਆਪਣੇ ਹੱਥ 'ਚ ਲੈਣ ਲੱਗ ਪੈਂਦੀ ਆ। ਇਹ ਸਭ ਉਹਦਾ ਨਤੀਜਾ ਵੀ ਜਿਹੜੇ ਸਾਡੇ ਤੇ 10 ਸਾਲਾਂ ਤੋਂ 15 ਸਾਲਾਂ ਤੋਂ ਰਾਜ ਕਰ ਰਹੀਆਂ ਸਰਕਾਰ, ਜਿਸ ਤਰ੍ਹਾਂ ਕਾਂਗਰਸ ਆ, ਅਕਾਲੀ ਦਲ ਆ, ਇਹਨਾਂ ਨੇ ਵੀ ਕਾਂਗਰਸ ਨੇ ਵੀ ਬੇਅਦਬੀ ਮੁੱਦੇ ਦੇ ਉੱਤੇ ਹੀ ਇਹਨਾਂ ਨੇ ਰਾਜ ਕੀਤਾ ਵਾ ਤੇ ਕੀਤਾ ਵੀ। ਹੁਣ ਇਹ ਮੈਂ ਕੈਪਟਨ ਜਾ ਕੇ ਉੱਥੇ ਦਿੱਲੀ ਭਾਈ ਆ ਜਿਹੜਾ 50 ਕਿਲੋਮੀਟਰ ਦੀ ਇਹ ਵੀ ਸਾਰੀ ਕੈਪਟਨ ਦੀ ਦੇਣ ਆ। ਇਹਨਾਂ ਦੇ ਖੂਨ ਦੇ ਵਿੱਚ ਹੀ ਗਦਾਰੀ ਆ ਇਹ ਪਰਿਵਾਰ ਦੇ ਵਿੱਚ। ਇਹ ਪਹਿਲੋਂ ਅਹਿਮਦ ਸ਼ਾਹ ਅਬਦਾਲੀ ਦੇ ਟਾਈਮ ਤੇ ਵੀ ਇਹਨਾਂ ਨੇ 1 ਲੱਖ ਰੁਪਈਆ ਇਹਨਾਂ ਦਾ ਜਿਹੜਾ ਬਜ਼ੁਰਗ ਸੀ ਉਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤਾ ਸੀ ਤੇ ਉਹਨੂੰ ਰਾਜਿਆਂ ਦਾ ਰਾਜ ਖਿਤਾਬ ਦਿੱਤਾ ਸੀ। ਇਹ ਮਹਾਰਾਜਾ ਰਣਜੀਤ ਸਿੰਘ ਨਾਲ ਗਦਾਰੀ ਕਰਕੇ ਇਹਨਾਂ ਰਾਜ ਤੋੜਿਆ। ਇਹਨਾਂ ਦੇ ਖੂਨ 'ਚ ਹੀ ਗਦਾਰੀ ਆ। ਇਹ ਜੋ ਕੁਝ ਰਾਜਨੀਤੀ ਕਰਾਉਣ ਡਿਆ ਆ, ਇਹ ਜਿਹੜੀਆਂ ਜਿੰਨੀਆਂ ਵੀ ਪਾਰਟੀਆਂ ਵਾ, ਭਾਵੇਂ ਉਹ ਅਕਾਲੀ ਆ ਭਾਵੇਂ ਕਾਂਗਰਸ, ਇਹ ਚਾਹੁੰਦੀਆਂ ਨੇ ਵੀ ਇਹ ਜਿਹੜੇ ਕਿਸਾਨ ਮੋਰਚਾ ਜਿੱਤਣ। ਇਹ ਚਾਹੁੰਦੇ ਹਰ ਕੇ ਦੇ ਸਾਡੇ ਮਗਰ ਆਟਾ ਦਾਲ ਸਾਡੇ ਕੋਲ ਮੰਗਦੇ ਰਹਿਣ, ਇਹ ਖਤਮ ਹੋ ਜੇ। ਜਿਸ ਤਰ੍ਹਾਂ ਹੁਣ 2022 ਇਲੈਕਸ਼ਨ ਆ ਰਹੀ, ਕਿ ਚਾਹੀਦਾ ਜਿੱਦਾਂ ਕਿਸਾਨ ਜਥੇਬੰਦੀਆਂ ਵਿੱਚ ਜਿੱਦਾਂ ਗੁਰਨਾਮ ਸਿੰਘ ਚਨੂਨੀ ਵੀ ਕਹਿ ਰਿਹਾ ਵਾ ਵੀ ਇਲੈਕਸ਼ਨ ਲੜਨੀ ਚਾਹੀਦੀ ਸਾਨੂੰ, ਤਾਂ ਜੋ ਜਿਹੜੀ ਸੱਤਾ ਆਪਣੇ ਹੱਥ ਆ ਕੇ ਜਿਹੜੇ ਕਿਸਾਨ ਆਪਣੀ ਜਿਹੜੀ ਸਹੀ ਤਰੀਕੇ ਦਾ ਆਪਣਾ ਜਿਹੜਾ ਇਹਨੂੰ ਵੋਟ ਦਾ ਇਸਤੇਮਾਲ ਕਰ ਸਕਣ। ਵੇਖੋ ਜੀ, ਚਨੂਨੀ ਸਾਹਿਬ ਦਾ ਉਹ ਆਪਣਾ ਵਿਚਾਰ ਆ। ਅਸੀਂ ਤੇ ਜੋ ਸੰਯੁਕਤ ਮੋਰਚਾ ਕਹੂਗਾ, ਜਿਹੜੀਆਂ ਸਾਡੀਆਂ 32 ਜਥੇਬੰਦੀਆਂ ਉੱਥੇ ਕੰਮ ਕਰ ਰਹੀਆਂ ਵਾ, ਇਹ ਅਸੀਂ ਤਾਂ ਨਹੀਂ ਚਾਹੁੰਦੇ ਵੀ ਅਜੇ ਆਪਾਂ ਨੂੰ ਇਹ ਪਾਸੇ, ਜੇ ਆਪਾਂ ਇਹ ਪਾਸੇ ਤੁਰੇ ਤੇ ਆਪਣਾ ਜਿਹੜਾ ਮੋਰਚਾ ਉਹ ਪਾਰਟੀਆਂ ਕੋਈ ਕਹੂਗਾ ਮੈਂ ਇਲੈਕਸ਼ਨ ਲੜਨੀ, ਕੋਈ ਪਾਟੋ ਧਾੜ ਹੋ ਜੂਗੀ। ਇਹ ਚਨੂਨੀ ਸਾਹਿਬ ਦਾ ਅਸੀਂ ਉਹਨਾਂ ਦੇ ਹੱਕ 'ਚ ਨਹੀਂ ਗਏ। ਇਹ ਜੋ ਅਸੀਂ ਤਾਂ ਉਹ ਹੱਕ 'ਚ ਕਹਾਂਗੇ ਜੋ ਸਾਡੀਆਂ ਜਥੇਬੰਦੀਆਂ 32 ਜਥੇਬੰਦੀਆਂ ਜੋ ਦਿੱਲੀ ਤੋਂ ਫੈਸਲਾ ਕਰਨੀ ਉਹਦੇ ਨਾਲ ਚੱਲਾਂਗੇ। ਕਿਸਾਨ ਅੰਦੋਲਨ ਚੱਲਦਾ ਲਗਭਗ 1 ਸਾਲ ਤੋਂ ਉੱਪਰ ਹੋ ਚੁੱਕਿਆ ਵਾ ਅਤੇ ਨਾਲ ਹੀ ਜਿਹੜਾ 700 ਤੋਂ ਉੱਪਰ ਜਿਹੜੇ ਕਿਸਾਨ ਜਿਹੜੇ ਸ਼ਹੀਦ ਪ੍ਰਾਪਤ ਕਰ ਚੁੱਕੇ। ਕੀ ਚਾਹੀਦਾ ਹੁਣ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਇੱਕ ਮੀਟਿੰਗ ਕੀਤੀ ਜਾਵੇ ਤਾਂ ਜੋ ਕਿਸੇ ਦਾ ਹੱਲ ਨਿਕਲ ਸਕੇ? ਵੇਖੋ ਜੀ, ਉਹ ਤਾਂ ਕਹੀ ਜਾਂਦੇ ਆ ਅਸੀਂ 1 ਘੰਟੇ ਦੀ ਦੂਰੀ ਤੇ ਆ, ਪਰ ਉਹ ਸਾਨੂੰ ਸੱਦਦੇ ਤਾਂ ਨਹੀਂ ਗੇ। ਕਿਸਾਨਾਂ ਨੇ ਕਦੀ ਕਿਹਾ ਹੀ ਨਹੀਂ ਵੀ ਅਸੀਂ ਗੱਲ ਨਹੀਂ ਕਰਨੀ। ਕਿਸਾਨ ਤਾਂ ਹਮੇਸ਼ਾ ਗੱਲ ਕਰਨ ਨੂੰ ਤਿਆਰ ਆ। ਅਸੀਂ ਕੋਈ ਸਲਾਈ ਥੋੜਾ ਵੀ ਅਸੀਂ 1 ਸਾਲ ਤੋਂ ਸੜਕਾਂ 'ਤੇ ਤੁਰੇ ਫਿਰਦੇ। ਅਸੀਂ ਆਪਣੇ ਕੰਮ ਕਾਰ ਛੱਡ ਕੇ ਸਾਡਾ ਲੱਖਾਂ ਰੁਪਈਆ ਲੱਗਣ ਡਿਆ ਤੇ ਡੀਜ਼ਲ 100 ਰੁਪਏ ਲੀਟਰ ਡੀਜ਼ਲ ਅਸੀਂ ਦਿੱਲੀ ਤੱਕ ਜਾਂਦੇ ਆ, ਆਉਂਦੇ ਵਾਪਸ ਜਾਂਦੇ ਆ। ਉੱਥੇ ਜਾਂ ਡਿਸਪੋਜ਼ਲ ਦੇ ਭਾਂਡੇ ਆ ਜਿਹੜੇ ਆਪਾਂ ਜਿੰਨਾ 'ਚ ਰਾਸ਼ਨ ਖਾਂਦੇ ਉਹ ਵੀ ਕਰੋੜਾਂ ਰੁਪਈਆ ਦਾ ਲੱਗ ਗਿਆ ਤੇ ਸਾਡੇ ਕੋਲ ਦਿਮਾਗ 'ਚ ਨੁਕਸੋਂ ਸੈਂਟਰ ਸਰਕਾਰ ਗੱਲ ਕਰਨਾ ਨਹੀਂ ਚਾਹੁੰਦੀ। ਇੱਕ ਇਹਨਾਂ ਦਾ ਜਿਹੜਾ ਭਾਈ ਵੀਰ ਸਵਾਲਕਰ ਹੋਇਆ ਵਾ, ਉਹਨੇ ਕਿਤਾਬ ਲਿਖੀ ਆ ਵੀ ਜਿਹੜੇ ਦੇਸ਼ 'ਤੇ ਰਾਜ ਕਰਨਾ ਤੇ ਉਹ
5% ਜਿਹੜੇ 95% ਲੋਕ ਇਹ ਉਹਦੇ ਏਜੰਡੇ ਦੇ ਚੱਲਣ ਡਈ। ਵੇਖੋ ਕਿੰਨਾ ਡੀਜ਼ਲ ਤੇਲ ਕਿੰਨਾ ਮਹਿੰਗਾ ਵਾ, ਮਹਿੰਗਾਈ ਕਿੰਨੀ, ਕਿਸੇ ਨੂੰ ਕੋਈ ਰੋਜ਼ਗਾਰ, ਸਭ ਕੁਝ ਪ੍ਰਾਈਵੇਟ ਕਰੀ ਜਾਂਦਾ ਆ। ਹੁਣ ਇਹਨਾਂ ਨੇ ਏਅਰ ਇੰਡੀਆ ਵੇਚਤੀ ਆ, ਇਹ ਉਹਦੇ ਏਜੰਡੇ ਦੇ ਚੱਲਦੀ ਆ। ਭਾਰਤੀ ਜਨਤਾ ਪਾਰਟੀ ਵੀਰ ਸਵਾਲ ਕਰਦੇ ਦੇਸ਼ ਨੂੰ ਗੁਲਾਮ ਕਰਨਾ ਚਾਹੁੰਦੀ ਆ, ਪਰ ਇਹ ਜਿਹੜੀ ਇਹਨਾਂ ਦੀ ਤਾਂ ਕੋਈ ਕੁਰਬਾਨੀ ਕੋਈ ਨਹੀਂ ਹੈ ਗੁਜਰਾਤੀਆਂ ਦੀ। ਜਿੰਨੀ ਕੁਰਬਾਨੀ ਸਾਰੀ ਪੱਛਮੀ ਬੰਗਾਲ ਤੇ ਪੰਜਾਬ ਦੀ ਕੁਰਬਾਨੀ ਇਹਨਾਂ ਨੇ ਜਦ ਲਈ ਇਹਨਾਂ ਦਾ ਕੋਈ, ਪਰ ਇਹਦੀ ਕੋਈ ਕਾਮਯਾਬ ਥੋੜ੍ਹਾ ਹੋਣਗੇ। ਇਹ ਦੇਸ਼ ਜਾਗ ਚੁੱਕਾ ਵਾ। ਸਾਰੇ ਵੇਖੋ ਜੀ 400 ਜਥੇਬੰਦੀ ਕੰਮ ਕਰ ਰਹੀ ਆ, ਕਿੱਥੇ ਸਾਰੇ ਹਿੰਦੁਸਤਾਨ 'ਚ ਜਿਹੜਾ ਮੋਰਚਾ ਗਾਂ ਦੇ ਗਾਂ ਫੈਲਦਾ ਜਾ ਰਿਹਾ। ਇਹਨਾਂ ਦੀ ਕਾਮਯਾਬ ਨੇ 24 ਤੱਕ ਆ, ਜਿੰਨਾ ਚਿਰ ਮਰਜ਼ੀ ਖਰਾਬ ਕਰ ਲੈ, ਅਸੀਂ 24 ਤੱਕ ਵੀ ਬੈਠੇ ਰਹਾਂਗੇ, ਚੱਲਣ ਥੋੜ੍ਹਾ ਦਾਂਗੇ ਇਹਨਾਂ ਨੂੰ। ਤਾਂ ਇਹ ਸਨ ਜੀ ਕਿਸਾਨ ਆਗੂ ਜਿਨ੍ਹਾਂ ਦੇ ਵੱਖ-ਵੱਖ ਗੱਲਬਾਤ ਕਰਕੇ ਪਤਾ ਲੱਗਾ ਵਾ ਵੀ ਇਹਨਾਂ ਦੱਸਿਆ ਵੀ ਜਿਹੜਾ ਅੱਜ ਦਾ ਜਿਹੜਾ ਰੇਲ ਅੰਦੋਲਨ ਦਾ ਜਿਹੜਾ ਮੋਰਚਾ ਸੀ 10 ਵਜੇ ਲੈ ਕੇ 4 ਵਜੇ ਤੱਕ ਚੱਲੇਗਾ ਅਤੇ ਸਰਕਾਰ ਕੋਲੋਂ ਇਹੋ ਹੀ ਮੰਗ ਕੀਤੀ ਜਾਂਦੀ ਵੀ ਲਖੀਮਪੁਰ ਵਿਖੇ ਜਿਹੜਾ ਕਤਲੇਆਮ ਕੀਤਾ ਗਿਆ, ਜਿਹੜੇ ਕਿਸਾਨਾਂ ਨੂੰ, ਜਿਹੜੇ ਕਿਸਾਨ ਸ਼ਹੀਦੀਆਂ ਬਰਾਬਰ ਕਰ ਚੁੱਕੇ, ਉਹਨਾਂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਸਜ਼ਾ ਦਿੱਤੀ ਜਾਵੇ ਅਤੇ ਨਾਲ ਹੀ ਜਿਹੜਾ ਮਿਸ਼ਰਾ ਵਾ ਉਹਨੂੰ ਵੀ ਸਰੈਂਡਰ ਕਰਕੇ ਉਹਨੂੰ ਰਾਜ ਭਾਗ ਤੋਂ ਮੁਕਤ ਕਰਨਾ ਚਾਹੀਦਾ, ਉਹਨੂੰ ਅਸਤੀਫਾ ਦੇਣਾ ਚਾਹੀਦਾ ਵਾ। ਹੁਣ ਦੇਖਣਾ ਇਹ ਹੋਏਗਾ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਅੱਜ ਦਾ ਜਿਹੜਾ ਚੱਕਾ ਜਾਮ ਕੀਤਾ ਗਿਆ, ਰੇਲ ਰੋਕੂ ਗਈ ਆ, ਉਹਦਾ ਕੀ ਸਿੱਟਾ ਨਿਕਲਦਾ ਵਾ ਕਿ ਨਹੀਂ ਨਿਕਲਦਾ। ਕੁਲਦੀਪ ਸਿੰਘ ਦੀਪਾ, ਸਕਾਈ ਨਿਊਜ਼ ਪੰਜਾਬ, ਤਰਨਤਾਰਨ। ਕਿਸਾਨ ਮੋਰਚਾ ਜਿੰਦਾਬਾਦ, ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ, ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ, ਸੰਯੁਕਤ ਕਿਸਾਨ ਮੋਰਚਾ। ਹਾਏ ਲੋ ਯੂਪੀ ਦੇ ਕਾਤਲਾਂ ਨੂੰ, ਹਾਏ ਲੋ ਯੂਪੀ ਦੇ ਕਾਤਲਾਂ ਨੂੰ, ਹਾਏ ਲੋ ਯੂਪੀ ਦੇ ਸ਼ਹੀਦ ਅਮਰ ਰਹੇ, ਯੂਪੀ ਦੇ ਸ਼ਹੀਦ ਅਮਰ ਰਹੇ, ਯੂਪੀ ਦੇ ਸ਼ਹੀਦ ਅਮਰ ਰਹੇ। ਮੋਦੀ ਸਰਕਾਰ ਮੁਰਦਾਬਾਦ, 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 ਮੋਦੀ ਸਰਕਾਰ। ਰੱਦ ਕਰੋ ਕਾਲੇ ਕਾਨੂੰਨ, ਰੱਦ ਕਰੋ ਮੋਦੀ ਸਰਕਾਰ ਮੁਰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਹਾਂਜੀ ਯੂਪੀ ਦੇ ਕਿਸਾਨਾਂ ਦੇ ਕਾਤਲਾਂ ਨੂੰ ਫਾਹੇ ਲਾਓ, ਹਾਏ ਲਾਓ, ਹਾਏ ਲਾਓ, ਯੂਪੀ ਦੇ ਕਿਸਾਨਾਂ ਦੇ ਕਾਤਲਾਂ ਨੂੰ ਫਾਹੇ ਲਾਓ, ਹਾਏ ਲਾਓ, ਹਾਏ ਲਾਓ। ਮਿਸ਼ਰਾ ਆਪਣੇ ਪਦ ਤੋਂ ਅਸਤੀਫਾ ਦੇ, ਮਿਸ਼ਰਾ ਆਪਣੇ ਪਦ ਤੋਂ ਅਸਤੀਫਾ ਦੇ। ਜਿੰਦਾਬਾਦ, ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ। ਦੋਸਤੋ, ਅਲਾਦੀਨ ਦਾ ਚਿਰਾਗ ਤਾਂ ਤੁਸੀਂ ਸੁਣਿਆ ਹੋਣਾ, ਪਰ ਅਸੀਂ ਜਿਹੜਾ ਤੁਹਾਨੂੰ ਇਸ ਸਾਹਮਣੇ ਚਿਰਾਗ ਦਿਖਾ ਰਹੇ ਹਾਂ, ਇਹ 1890 ਈਸਵੀ ਦਾ ਚਿਰਾਗ ਹੈ। ਇਹਦੇ ਵਿੱਚ ਬਿਨਾਂ ਤੇਲ ਤੋਂ ਬੱਤੀ ਚੱਲਦੀ ਸੀ। ਤੁਹਾਨੂੰ ਚਲਾ ਕੇ ਦਿਖਾਣਗੇ ਬਿਨਾਂ ਤੇਲ ਤੋਂ ਬੱਤੀ। ਦੇਖੋ ਤੁਹਾਡੇ ਸਾਹਮਣੇ ਚੱਲ ਰਹੀ ਹੈ। ਇਸ ਨੂੰ ਦੇਖ ਕੇ ਤੁਹਾਡੇ ਦਿਮਾਗ 'ਚ ਇੱਕ ਸਵਾਲ ਉੱਠਦਾ ਹੋਏਗਾ ਕਿ ਅੱਜ ਵਿਗਿਆਨ ਜ਼ਿਆਦਾ ਤੇਜ਼ ਹੈ ਜਾਂ ਪੁਰਾਣੇ ਸਮੇਂ 'ਚ ਵਿਗਿਆਨ ਜ਼ਿਆਦਾ ਤੇਜ਼ ਹੁੰਦੀ ਸੀ। ਅਗਰ ਅਸੀਂ ਸਾਡੀਆਂ ਧਾਰਮਿਕ ਪੁਰਾਣੀਆਂ ਕਿਤਾਬਾਂ ਪੜ੍ਹੀਏ ਤਾਂ ਉਹਨਾਂ ਦੇ ਵਿੱਚ ਜੋ ਕੁਝ ਲਿਖਿਆ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਵਿਗਿਆਨ ਪਹਿਲਾਂ ਜ਼ਿਆਦਾ ਤੇਜ਼ ਸੀ। ਤੁਸੀਂ ਕੋਈ ਪੁਰਾਣੀ ਇਤਿਹਾਸਕ ਬਿਲਡਿੰਗ ਦੇਖ ਲਓ, ਕਿਵੇਂ ਕੰਧਾਂ 'ਤੇ ਮੀਨਾਕਾਰੀ ਕੀਤੀ ਹੁੰਦੀ ਹੈ ਬਿਨਾਂ ਕਿਸੇ ਪਲਾਸਟਰ ਤੋਂ। ਛੋਟੀਆਂ-ਛੋਟੀਆਂ ਇੱਟਾਂ ਨਾਲ ਲਾਲ ਕਿਲ੍ਹਾ ਦੇਖ ਲਓ, ਕੁਤਬ ਮੀਨਾਰ ਦੇਖ ਲਓ, ਸਦੀਆਂ ਪੁਰਾਣੇ ਬਣੇ ਹੋਏ ਨੇ ਅਤੇ ਅੱਜ 20 ਸਾਲ ਬਾਅਦ ਬਣਾਇਆ ਹੋਇਆ ਘਰ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਪਰ ਤਾਜ ਮਹਿਲ ਤੁਹਾਡੇ ਸਾਹਮਣੇ ਇੱਕ ਆਰਕੀਟੈਕਟ ਦੀ ਐਦਾਂ ਦੀ ਉਦਾਹਰਨ ਹੈ ਜਿਹੜੀ ਅੱਜ ਵੀ ਜਿਉਂ ਦੀ ਤਿਉਂ ਬਰਕਰਾਰ ਹੈ। ਇਸ ਦੀਵੇ ਦੀ ਗੱਲ ਕਰਦੇ ਹਾਂ, ਜਿਵੇਂ ਦੱਸਿਆ ਜਾ ਰਿਹਾ ਕਿ 1890 ਈਸਵੀ ਦਾ ਪੁਰਾਣਾ ਦੀਵਾ ਹੈ ਜਿਹੜਾ ਕਿ ਬਿਨਾਂ ਕਿਸੇ ਤੇਲ ਤੋਂ ਚੱਲਦਾ ਸੀ। ਇਸ ਦੇ ਵਿੱਚ ਇੱਕ ਐਦਾਂ ਦਾ ਪੱਥਰ ਹੈ, ਜਦੋਂ ਦੋਨੋਂ ਪੱਥਰ ਆਪਸ ਦੇ ਵਿੱਚ ਇੱਕ ਵਾਰ ਰਗੜ ਜਾਂਦੇ ਨੇ ਤਾਂ ਉੱਥੋਂ ਲਾਈਟ ਬਿਜਲੀ ਇੱਕ ਤਰ੍ਹਾਂ ਦੀ ਅੱਗ ਪੈਦਾ ਹੁੰਦੀ ਹੈ ਜਿਹੜੀ ਲਗਾਤਾਰ ਜਲਦੀ ਰਹਿੰਦੀ ਹੈ। ਜਦੋਂ ਐਂਡ ਦੇ ਉੱਤੇ ਲੱਗੇ ਦੋਨੋਂ ਇਹਨਾਂ ਬਟਨਾਂ ਨੂੰ ਆਪਸ ਦੇ ਵਿੱਚ ਜ਼ੋਰ ਨਾਲ ਮਿਲਾਇਆ ਜਾਂਦਾ ਹੈ ਤਾਂ ਰਗੜ ਪੈਦਾ ਹੁੰਦੀ ਹੈ ਤੇ ਇੱਥੇ ਅੱਗ ਬਲਣੀ ਸ਼ੁਰੂ ਹੋ ਜਾਂਦੀ ਹੈ। ਇਹ ਹੈ 1890 ਈਸਵੀ ਦਾ ਇਤਿਹਾਸਕ ਦੀਵਾ। ਹੁਣ ਇਸ ਨੂੰ ਦੇਖ ਕੇ ਅੰਦਾਜ਼ਾ ਲਗਾ ਲਓ
ਕਿ ਅੱਜ ਵਿਗਿਆਨ ਜ਼ਿਆਦਾ ਤੇਜ਼ ਹੈ ਜਾਂ ਪਹਿਲਾਂ ਜ਼ਿਆਦਾ ਤੇਜ਼ ਸੀ। ਦੋਸਤੋ 1890 ਤੋਂ ਪਹਿਲਾਂ 1469 'ਚ ਜਿਹੜੇ ਵਿਗਿਆਨੀ ਦਾ ਜਨਮ ਹੋਇਆ ਸੀ ਉਸ ਨੂੰ ਕਹਿੰਦੇ ਸੀ ਬਾਬਾ ਨਾਨਕ। ਬਾਬੇ ਨਾਨਕ ਨੇ ਆਪਣੀ ਬਾਣੀ ਜਪਜੀ ਸਾਹਿਬ ਦੇ ਵਿੱਚ ਜਿਹੜੀਆਂ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਨਾ, ਲੱਖ ਆਕਾਸ਼ਾਂ ਆਕਾਸ਼, ਲੱਖ ਪਤਾਲਾਂ ਪਤਾਲ, ਔਰ ਇਸ ਤੋਂ ਇਲਾਵਾ ਕਿ ਚੰਦਰਮਾ ਪਤਾ ਨਹੀਂ ਅਨੇਕ ਨੇ, ਸੂਰਜ ਅਨੇਕ ਨੇ, ਤਾਰੇ ਅਨੇਕ ਨੇ, ਐਦਾਂ ਦੀਆਂ ਉਦਾਹਰਨਾਂ ਜਪਜੀ ਸਾਹਿਬ ਦੇ ਵਿੱਚ ਦਿੱਤੀਆਂ ਨੇ ਜਿਹੜੇ ਵਿਗਿਆਨੀ ਹੁਣ ਸਾਬਤ ਕਰਨ ਤੇ ਲੱਗੇ ਹੋਏ ਨੇ। ਸੋ ਇੱਥੋਂ ਪ੍ਰੂਫ ਹੁੰਦਾ ਹੈ